ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਸਾਰਿਆਂ ਨੂੰ, ਆਪਾਂ ਨੇ 500 ਬੈਸਟ ਪ੍ਰੀਵੀਅਸ ਈਅਰ MCQ ਹੈਗੇ ਆ ਜਿਹੜੇ ਐਂਸ਼ੀਐਂਟ ਇੰਡੀਅਨ ਹਿਸਟਰੀ ਦੇ, ਉਹ ਡਿਸਕਸ ਕਰਨੇ ਆ। ਤੇ 18 ਵੀਡੀਓਜ਼ ਹੋ ਚੁੱਕੀਆਂ ਨੇ, ਅੱਜ 19ਵੀਂ ਵੀਡੀਓ ਹੈ। ਤੇ ਅੱਜ ਤੋਂ ਜਿਹੜੇ ਕੁਐਸਚਨ ਹੈਗੇ ਆ ਉਹਨਾਂ ਦੀ ਗਿਣਤੀ ਆਪਾਂ 20 ਤੋਂ 30 ਕਰਤੀ ਹੈ, ਠੀਕ ਹੈ ਨਾ। ਹੁਣ ਵੀਡੀਓ ਥੋੜੀ ਜੀ ਲੰਬੀ ਹੋਇਆ ਕਰੂਗੀ ਕਿਉਂਕਿ ਕਾਫੀ ਪਾर्ट हो गया ਵੀਡੀਓ ਦੇ, ਠੀਕ ਹੈ। ਕਾਫੀ ਦਿਨਾਂ ਤੋਂ ਇਹ ਸੀਰੀਜ਼ ਚੱਲ ਰਹੀ ਹੈ, ਤਾਂ ਆਪਾਂ ਬਸ ਹੁਣ ਫਟਾਫਟ ਇਹ ਸੀਰੀਜ਼ ਹੈ ਜਿਹੜੀ ਖਤਮ ਕਰਾਂਗੇ, ਠੀਕ ਹੈ। ਤਾਂ ਅੱਜ 19ਵੀਂ ਵੀਡੀਓ ਹੈਗੀ ਆ ਬਈ। ਤਾਂ ਬਾਕੀ ਜੇ ਤੁਸੀਂ ਚੈਨਲ ਦੇ ਉੱਤੇ ਨਏ ਹੋ, ਹਨਾ, ਪਹਿਲੀ ਵਾਰ ਵੀਡੀਓ ਦੇਖ ਰਹੇ ਹੋ, ਤਾਂ ਇਸ ਤੋਂ ਪਹਿਲਾਂ ਦੀ 18 ਵੀਡੀਓ ਤੁਹਾਨੂੰ ਇੱਕ ਅਲੱਗ ਤੋਂ ਪਲੇਲਿਸਟ ਦੇ ਵਿੱਚ ਮਿਲਣਗੀ। ਐਂਸ਼ੀਐਂਟ ਹਿਸਟਰੀ MCQ ਸੀਰੀਜ਼ ਦੇ ਨਾਂ ਤੋਂ ਇੱਕ ਪਲੇਲਿਸਟ ਹੈ, ਉਹਦਾ ਲਿੰਕ ਵੀਡੀਓ ਤੇ ਥੱਲੇ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗਾ, ਠੀਕ ਹੈ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ, ਠੀਕ ਹੈ। ਤੇ ਆਪਾਂ ਸ਼ੁਰੂ ਕਰਦੇ ਹਾਂ। ਬਾਕੀ ਕੋਈ ਕੁਐਰੀ, ਕੁਝ ਵੀ ਡਾਊਟ ਹੈਗਾ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਓਕੇ। ਲਿੰਕ ਤੁਹਾਨੂੰ ਵੀਡੀਓ ਦੇ ਥੱਲੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ। ਬਾਕੀ ਇਹ ਜਿੰਨੇ ਕੁਐਸਚਨ ਹੁੰਦੇ ਆ, ਇਹ ਇਹਨਾਂ ਸਾਰਿਆਂ ਦਾ ਤੁਸੀਂ ਫ੍ਰੀ ਆਫ ਕਾਸਟ ਟੈਸਟ ਜਾ ਕੇ ਦੇ ਸਕਦੇ ਹੋ ਆਨਲਾਈਨ। ਸਾਡੀ ਐਪ ਡਾਊਨਲੋਡ ਕਰ ਲਓ ਬਾਈ, ਪ੍ਰਤਾਪ ਅਕੈਡਮੀ ਐਗਜ਼ਾਮ ਕੀ ਦੇ ਨਾਂ ਤੋਂ ਐਪ ਹੈ। ਇੱਥੇ ਮੀਨੂ ਬਾਰ ਤੇ ਕਲਿੱਕ ਕਰਕੇ ਫ੍ਰੀ ਟੈਸਟ ਦਾ ਫੋਲਡਰ ਤੁਹਾਨੂੰ ਮਿਲੂਗਾ, ਫ੍ਰੀ ਟੈਸਟ ਦਾ ਆਪਸ਼ਨ, ਠੀਕ ਹੈ। ਤਾਂ ਫ੍ਰੀ ਟੈਸਟ ਤੇ ਕਲਿੱਕ ਕਰਕੇ ਇੱਥੇ ਸਾਰੇ ਟੈਸਟ ਆ ਜਾਣਗੇ, ਉਹ ਤੁਸੀਂ ਇੱਕ ਇੱਕ ਕਰਕੇ ਅਟੈਂਪਟ ਕਰ ਸਕਦੇ ਹੋ। ਜਿੰਨੀ ਮਰਜ਼ੀ ਵਾਰ ਅਟੈਂਪਟ ਕਰ ਲਓ, ਭਾਵੇਂ ਹਨਾ ਰੀ ਅਟੈਂਪਟ ਵੀ ਤੁਸੀਂ ਕਰ ਸਕਦੇ ਹੋ ਵਾਰ-ਵਾਰ, ਠੀਕ ਹੈ। ਤਾਂ ਕਿ ਇਹ ਜਿਹੜੇ ਕੁਐਸਚਨ ਹੈਗੇ ਆ 500, ਇਹ ਤੁਹਾਨੂੰ ਪੱਕੀ ਤਰ੍ਹਾਂ ਯਾਦ ਹੋਣ, ਠੀਕ ਹੈ। ਫਿਰ ਆ ਜਾਓ ਬਾਈ, 371ਵੇਂ ਤੋਂ ਸ਼ੁਰੂ ਕਰਦੇ ਹਾਂ ਤੇ 30 ਕੁਐਸਚਨ ਹੋਣਗੇ ਅੱਜ, ਤੇ ਆਪਣੇ 400 ਕੁਐਸਚਨ ਪੂਰੇ ਹੋ ਜਾਣਗੇ। ਉਸ ਤੋਂ ਬਾਅਦ ਬਸ 100 ਕੁਐਸਚਨ ਰਹਿੰਦੇ ਆ, ਉਹਨਾਂ ਨੂੰ ਵੀ ਆਪਾਂ 3 ਵੀਡੀਓ ਤੇ ਵਿੱਚ ਜਾਂ ਫਿਰ 2 ਵੀਡੀਓ ਦੇ ਵਿੱਚ 50-50 ਕਰਕੇ ਕਰ ਦਾਂਗੇ ਕਵਰ, ਠੀਕ ਹੈ। ਆਪਾਂ ਸ਼ੁਰੂ ਕਰਦੇ ਹਾਂ ਬਈ। ਪਹਿਲਾ ਪ੍ਰਸ਼ਨ ਹੈ ਮਹਾਵੀਰ, ਜਿਸ ਨੂੰ ਪਾਲੀ ਸਾਹਿਤ ਵਿੱਚ ਨਿਗੰਠ ਨਟਪੁੱਤ, ਠੀਕ ਹੈ ਨਾ, ਇਹ ਵਰਡ ਹੈ ਜਿਹੜਾ ਯਾਦ ਰੱਖਣਾ, ਨਿਗੰਠ ਨਟਪੁੱਤ ਵਜੋਂ ਜਾਣਿਆ ਜਾਂਦਾ ਸੀ। ਉਸ ਨੇ ਡੈਸ਼ ਨਾਮਕ ਧਰਮ ਦੀ ਸਥਾਪਨਾ ਕੀਤੀ ਸੀ। ਤਾਂ ਮੇਨ ਗੱਲ ਇਹ ਆ ਵੀ ਦੇਖੋ, ਇਸ ਕੁਐਸਚਨ ਨੂੰ ਹਰ ਕੋਈ ਕਰ ਸਕਦਾ ਹੈ, ਈਜ਼ੀ ਹੈ ਕਿ ਮਹਾਵੀਰ ਨੇ ਕਿਹੜੇ ਧਰਮ ਦੀ ਸਥਾਪਨਾ ਕੀਤੀ ਹੈ। ਸਾਰਿਆਂ ਨੂੰ ਪਤਾ ਹੈ, ਜੈਨਿਜ਼ਮ ਦੀ, ਠੀਕ ਹੈ ਨਾ। ਜੈਨਿਜ਼ਮ ਦਾ ਰੀਅਲ ਫਾਊਂਡਰ ਕਿਹਾ ਜਾਂਦਾ ਇਹਨਾਂ ਨੂੰ, ਰੀਅਲ ਫਾਊਂਡਰ, ਠੀਕ ਹੈ। ਜੈਨ ਧਰਮ ਦਾ ਰੀਅਲ ਫਾਊਂਡਰ ਕਿਹਾ ਜਾਂਦਾ। ਹਾਲਾਂਕਿ ਜੇ ਤੁਹਾਨੂੰ ਫਾਊਂਡਰ ਪੁੱਛਣ ਜੈਨ ਧਰਮ ਦਾ, ਤਾਂ ਜਿਹੜੇ ਸਭ ਤੋਂ ਪਹਿਲੇ ਤੀਰਥੰਕਰ ਸੀਗੇ ਰਿਸ਼ਭਨਾਥ, ਉਹ ਵੀ ਆਨਸਰ ਹੁੰਦਾ ਹੈ, ਠੀਕ ਹੈ, ਕਿਉਂਕਿ ਪਹਿਲੇ ਤੀਰਥੰਕਰ ਤਾਂ ਉਹੀ ਸੀ ਜਿਨ੍ਹਾਂ ਤੋਂ ਜੈਨ ਧਰਮ ਦੀ ਸ਼ੁਰੂਆਤ ਹੋਈ ਹੈ। ਬਟ ਜੇ ਰੀਅਲ ਫਾਊਂਡਰ ਪੁੱਛਣ ਤਾਂ ਰੀਅਲ ਫਾਊਂਡਰ ਤੁਸੀਂ ਮਹਾਵੀਰ ਕਹਿ ਸਕਦੇ ਹੋ, ਓਕੇ। ਇਸ ਕੁਐਸਚਨ ਤੋਂ ਯਾਦ ਰੱਖਣ ਵਾਲੀ ਗੱਲ ਕਿਹੜੀ ਹੈ, ਦੇਖੋ ਪਾਲੀ ਸਾਹਿਤ ਯਾਨੀ ਪਾਲੀ ਧਰਮ, ਪਾਲੀ ਭਾਸ਼ਾ ਦੇ ਵਿੱਚ ਜਿਹੜੇ ਗ੍ਰੰਥ ਲਿਖੇ ਹੋਏ ਆ ਕਿਹੜੇ ਧਰਮ ਦੇ ਆ, ਉਹ ਬੁੱਧ ਧਰਮ ਦੇ ਆ, ਠੀਕ ਹੈ ਨਾ। ਬੁੱਧ ਧਰਮ ਦੇ ਯਾਨੀ ਬੁੱਧੀਜ਼ਮ ਦੇ ਜਿਹੜੇ ਗ੍ਰੰਥ ਹੈਗੇ ਆ, ਉਹਨਾਂ ਗ੍ਰੰਥਾਂ ਦੇ ਵਿੱਚ, ਬੁੱਧ ਧਰਮ ਦੇ ਗ੍ਰੰਥਾਂ ਦੇ ਵਿੱਚ ਭਗਵਾਨ ਮਹਾਵੀਰ ਨੂੰ ਨਿਗੰਠ ਨਟਪੁੱਤ ਕਿਹਾ ਗਿਆ। ਇਹ ਕੁਐਸਚਨ ਇਦਾਂ ਪੁੱਛ ਲਿਆ ਜਾਂਦਾ ਹੈ, ਠੀਕ ਹੈ ਨਾ, ਕਿ ਨਿਗੰਠ ਨਟਪੁੱਤ ਦੇ ਨਾਮ ਤੋਂ ਕਿਸ ਨੂੰ ਜਾਣਿਆ ਜਾਂਦਾ ਹੈ। ਤਾਂ ਨਿਗੰਠ ਨਟਪੁੱਤ ਦੇ ਨਾਂ ਨਾਲ ਭਗਵਾਨ ਮਹਾਵੀਰ ਨੂੰ ਜਾਣਿਆ ਜਾਂਦਾ, ਜਿਹੜੇ ਜੈਨ ਧਰਮ ਦੇ 24ਵੇਂ ਤੀਰਥੰਕਰ ਹੋਏ ਸੀ, 24ਵੇਂ ਗੁਰੂ ਉਹਨਾਂ ਦੇ ਹੋਏ ਸੀ, ਠੀਕ ਹੈ। ਯਾਦ ਰੱਖਣਾ ਹੈ ਬਈ। ਨੈਕਸਟ, ਪਹਿਲੇ ਤੇ ਚੌਥੇ ਜੈਨ ਤੀਰਥੰਕਰਾਂ ਦੇ ਜਨਮ ਸਥਾਨ ਵਜੋਂ ਮਾਨਤਾ ਪ੍ਰਾਪਤ ਪਵਿੱਤਰ ਸ਼ਹਿਰ ਦਾ ਨਾਮ ਦੱਸੋ। ਮਾਨਤਾ ਪ੍ਰਾਪਤ, ਠੀਕ ਹੈ ਨਾ। ਤੇ ਕਹਿਣ ਦਾ ਮਤਲਬ ਹੈ ਇਸ ਕੁਐਸਚਨ ਦਾ ਕਿ ਪਹਿਲੇ ਤੇ ਚੌਥੇ ਤੀਰਥੰਕਰ ਜਿਹੜੇ ਹੋਏ ਆ ਜੈਨ ਧਰਮ ਦੇ, ਉਹਨਾਂ ਦਾ ਜਨਮ ਕਿਹੜੇ ਸਥਾਨ ਤੇ ਹੋਇਆ। ਬਸ ਜਨਮ ਕਿਹੜੇ ਸਥਾਨ ਤੇ ਹੋਇਆ, ਪਵਿੱਤਰ ਸ਼ਹਿਰ ਉਹ ਕਿਹੜਾ ਹੈ, ਤਾਂ ਉਹ ਹੈਗਾ ਬਈ ਅਯੋਧਿਆ, ਠੀਕ ਹੈ। ਪਹਿਲੇ ਤੀਰਥੰਕਰ, ਦੂਜੇ ਤੇ ਚੌਥੇ, ਇਹਨਾਂ ਤਿੰਨਾਂ ਦਾ ਜਨਮ ਹੈ ਜਿਹੜਾ ਅਯੋਧਿਆ ਸ਼ਹਿਰ ਦੇ ਵਿੱਚ ਹੋਇਆ ਸੀ। ਤੇ ਅਯੋਧਿਆ ਸ਼ਹਿਰ ਤੁਹਾਨੂੰ ਪਤਾ ਹੈ ਸਰਯੂ ਨਦੀ ਦੇ ਕਿਨਾਰੇ ਆ, ਉੱਤਰ ਪ੍ਰਦੇਸ਼ ਦੇ ਵਿੱਚ, ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ, ਠੀਕ ਹੈ ਨਾ। ਪਹਿਲੇ ਤੀਰਥੰਕਰ ਦਾ ਨਾਮ ਤੁਹਾਨੂੰ ਪਤਾ ਹੈ ਰਿਸ਼ਭਨਾਥ ਯਾਨੀ ਰਿਸ਼ਭਦੇਵ। ਚੌਥੇ ਤੀਰਥੰਕਰ ਦਾ ਨਾਮ ਹੈਗਾ ਹੈ ਬਈ ਅਭਿਨੰਦਨ ਨਾਥ, ਠੀਕ ਹੈ ਨਾ, ਅਭਿਨੰਦਨ ਨਾਥ, ਯਾਦ ਰੱਖਣਾ। ਨੈਕਸਟ ਆ ਜਾਓ, ਜੈਨ ਫਿਲੋਸਫੀ ਯਾਨੀ ਜੈਨ ਧਰਮ ਦਾ ਮਤਲਬ ਜਿਹੜੀ ਵਿਚਾਰਧਾਰਾ ਹੈ ਨਾ, ਉਹ ਤੁਸੀਂ ਕਹਿ ਸਕਦੇ ਹੋ। ਜੈਨ ਫਿਲੋਸਫੀ ਦੇ ਅਨੁਸਾਰ ਜੀਨ ਸ਼ਬਦ ਦਾ ਕੀ ਅਰਥ ਹੈ। ਜਿਨ ਜਾਂ ਜਿਨਹ ਸ਼ਬਦ ਦਾ ਕੀ ਅਰਥ ਹੈ, ਤਾਂ ਇਸ ਸ਼ਬਦ ਦਾ ਅਰਥ ਹੁੰਦਾ ਹੈ ਜਿੱਤਣ ਵਾਲਾ ਯਾਨੀ ਵਿਜੇਤਾ, ਠੀਕ ਹੈ ਨਾ। ਜਿੱਤਣ ਵਾਲਾ ਯਾਨੀ ਵਿਜੇਤਾ, ਯਾਨੀ ਕੰਕਰ ਕਰਨ ਵਾਲਾ ਯਾਨੀ ਕੰਕੇਰਰ, ਠੀਕ ਹੈ ਨਾ। ਇਹ ਇਸ ਵਰਡ ਦਾ ਮਤਲਬ ਹੈ, ਠੀਕ ਹੈ। ਯਾਦ ਰੱਖਣਾ ਹੈ ਬਈ, ਮਤਲਬ ਜਿਹਨੇ ਆਪਣੇ ਆਪ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ ਜਾਂ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਹੋਵੇ, ਇਸ ਨੂੰ ਆਪਾਂ ਧਰਮ ਦੇ ਨਾਲ ਜੋੜ ਕੇ ਇਦਾਂ ਦੇਖ ਸਕਦੇ ਹਾਂ, ਠੀਕ ਹੈ। ਨੈਕਸਟ ਹੈ ਜੀ, ਡੈਸ਼ ਇੱਕ ਜੈਨ ਪਾਠ ਹੈ ਜਾਂ ਜੈਨ ਕੋਈ ਬੁੱਕ ਹੈਗੀ ਹੈ, ਠੀਕ ਹੈ, ਜਿਸ ਵਿੱਚ ਜੈਨ ਤੀਰਥੰਕਰ ਖਾਸ ਤੌਰ ਤੇ ਪਾਰਸ਼ਵਨਾਥ ਤੇ ਭਗਵਾਨ ਮਹਾਵੀਰ ਦੀ ਜੀਵਨੀਆਂ ਹਨ। ਕਹਿਣ ਦਾ ਮਤਲਬ ਹੈ ਜੈਨ ਧਰਮ ਦੀ ਕਿਹੜੀ ਕਿਤਾਬ ਹੈ ਜਿਹਦੇ 'ਚ ਸਾਨੂੰ
ਪਾਰਸ਼ਵਨਾਥ ਜਿਹੜੇ ਕਿ 23ਵੇਂ ਤੀਰਥੰਕਰ ਸੀਗੇ ਤੇ ਭਗਵਾਨ ਮਹਾਵੀਰ ਜੋ ਜਿਹੜੇ ਕਿ 24ਵੇਂ ਤੀਰਥੰਕਰ ਸੀਗੇ, ਇਹਨਾਂ ਦੀ ਜੀਵਨੀਆਂ ਮਿਲਦੀ ਹਨ। ਤਾਂ ਜੈਨ ਧਰਮ ਦੀ ਕਿਹੜੀ ਕਿਤਾਬ ਹੈ ਜਿਹਦੇ ਚ 23ਵੇਂ ਤੇ 24ਵੇਂ ਤੀਰਥੰਕਰ ਦੀ ਜੀਵਨੀ ਮਿਲਦੀ ਹੈ? ਉਹ ਹੈਗੀ ਹੈ ਕਲਪਸੂਤਰ। ਠੀਕ ਹੈ, ਕਲਪਸੂਤਰ ਯਾਦ ਰੱਖਣਾ ਹੈ। ਤੇ ਕਲਪਸੂਤਰ ਨੂੰ ਲਿਖਿਆ ਕਿਹਨੇ ਸੀਗਾ? ਕਲਪਸੂਤਰ ਨੂੰ ਲਿਖਿਆ ਸੀਗਾ ਬਈ ਇਹਨਾਂ ਦਾ ਇੱਕ ਸੰਤ ਸੀਗਾ ਫੇਮਸ ਭੱਦਰਬਾਹੂ। ਭੱਦਰਬਾਹੂ, ਠੀਕ ਹੈ, ਭੱਦਰਬਾਹੂ ਜਿਹੜਾ ਹੈਗਾ ਉਹ ਚੰਦਰਗੁਪਤ ਮੌर्य ਦੇ ਦਰਬਾਰ ਦੇ ਵਿੱਚ ਰਹਿੰਦਾ ਸੀ। ਓਕੇ, ਨੈਕਸਟ ਦੇਖੋ 1800 ਤੋਂ 1500 BC ਤੱਕ ਯਾਨੀ ਈਸਾ ਪੂਰਵ ਤੱਕ ਦੇ 30 ਰਿਗਵੇਦਿਕ ਹਸਤਲਿਖਤਾਂ ਨੂੰ ਕਿਸ ਸਾਲ ਯੂਨੈਸਕੋ ਦੇ ਵਿਸ਼ਵ ਰਜਿਸਟਰ ਵਿੱਚ ਸ਼ਾਮਿਲ ਕੀਤਾ ਗਿਆ ਸੀ? ਰਿਗਵੇਦ ਤੁਹਾਨੂੰ ਪਤਾ ਹੈ ਬਈ ਪੂਰੀ ਦੁਨੀਆ ਦੀ ਸਭ ਤੋਂ ਪੁਰਾਣੀ ਕਿਤਾਬ ਕਿਹਾ ਜਾਂਦਾ ਹੈ। ਠੀਕ ਹੈ, ਇਸ ਦੇ ਜਿਹੜੇ ਮੰਤਰ ਵਗੈਰਾ ਹੈਗੇ ਆ ਹਨਾ, ਉਹਨਾਂ ਨੂੰ ਯੂਨੈਸਕੋ ਨੇ ਮੈਮਰੀ ਆਫ ਵਰਲਡ ਰਜਿਸਟਰ ਦੇ ਵਿੱਚ ਸ਼ਾਮਿਲ ਕਰਿਆ। ਕਿਹੜੇ ਸਾਲ ਕਰਿਆ? ਤਾਂ ਇਹ ਕਰਿਆ ਸੀ ਉਹਨਾਂ ਨੇ 2007 ਦੇ ਵਿੱਚ। 2007 ਦੇ ਵਿੱਚ। ਠੀਕ ਹੈ, ਯੂਨੈਸਕੋ ਦਾ ਹੈੱਡਕੁਆਟਰ ਕਿੱਥੇ ਹੈ? ਯੂਨੈਸਕੋ ਦਾ ਹੈੱਡਕੁਆਟਰ ਹੈਗਾ ਪੈਰਿਸ, ਫਰਾਂਸ ਦੇ ਵਿੱਚ। ਨੈਕਸਟ ਹੈ ਜੀ ਪੁਰਸ਼ ਸੁਕਤ ਕਿਸ ਵੇਦ ਦਾ ਸੁਕਤ ਹੈ? ਤਾਂ ਇਹ ਆਪਣੇ ਲਾਸਟ ਵੀਡੀਓ ਦੇ ਵਿੱਚ ਵੀ ਡਿਸਕਸ ਕਰਿਆ ਸੀਗਾ। ਪੁਰਸ਼ ਸੁਕਤ ਦੀ ਮੈਂ ਤੁਹਾਨੂੰ ਥਿਉਰੀ ਦੱਸੀ ਸੀਗੀ ਕਿ ਬ੍ਰਾਹਮਣ, ਛਤਰੀਏ, ਵੈਸ਼, ਸ਼ੂਦਰ ਜਿਹੜੇ ਹੈਗੇ ਆ ਉਹ ਇੱਕ ਪੁਰਸ਼ ਤੋਂ ਬਣੇ ਆ ਹਨਾ। ਤਾਂ ਇਹ ਰਿਗਵੇਦ ਦੇ 10ਵੇਂ ਮੰਡਲ ਦੇ ਵਿੱਚ ਹੈਗਾ। ਠੀਕ ਹੈ ਨਾ, ਯਾਦ ਰੱਖਣਾ ਹੈ। ਨੈਕਸਟ ਵੈਦਿਕ ਭਜਨਾਂ ਦਾ ਮੁੱਖ ਸੰਗ੍ਰਹਿ ਕਿਸ ਨੂੰ ਕਿਹਾ ਜਾਂਦਾ ਹੈ? ਮਤਲਬ ਜਿਹੜੇ ਵੈਦਿਕ ਮੰਤਰ ਵਗੈਰਾ ਹੈਗੇ ਆ, ਸੁਕਤ ਵਗੈਰਾ ਹੈਗੇ ਆ, ਉਹਨਾਂ ਦੀ ਕਲੈਕਸ਼ਨ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਹ ਡਿਟੋ ਕੁਐਸਚਨ ਲਾਸਟ ਵੀਡੀਓ ਦੇ ਵਿੱਚ ਵੀ ਸੀਗਾ ਨਾ। ਸੰਹਿਤਾ ਉਹਨੂੰ ਕਿਹਾ ਜਾਂਦਾ ਹੈ। ਠੀਕ ਹੈ ਨਾ, ਸੰਹਿਤਾ ਉਹਨੂੰ ਕਿਹਾ ਜਾਂਦਾ ਹੈ। ਨੈਕਸਟ ਆ ਜਾਓ ਰਾਮਾਇਣ ਦੇ ਅਨੁਸਾਰ ਰਤਨਾਕਾਰ ਕਿਸ ਦਾ ਦੂਜਾ ਨਾਮ ਸੀ? ਤਾਂ ਰਤਨਾਕਾਰ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਬਈ ਜਿਹੜੀ ਰਾਮਾਇਣ ਆ ਉਹ ਕਿਸ ਨੇ ਲਿਖੀ ਹੈ? ਮਹਾਰਿਸ਼ੀ ਵਾਲਮੀਕੀ ਨੇ। ਤੇ ਮਹਾਰਿਸ਼ੀ ਵਾਲਮੀਕੀ ਦਾ ਦੂਜਾ ਨਾਮ ਕੀ ਸੀ? ਰਤਨਾਕਾਰ। ਠੀਕ ਹੈ ਨਾ, ਤਾਂ ਇੱਥੇ ਆਪਸ਼ਨ ਦੇ ਵਿੱਚ ਹੈਗੇ ਆ ਵਾਲਮੀਕੀ। ਮਹਾਰਿਸ਼ੀ ਵਾਲਮੀਕੀ ਜੀ ਨੇ ਰਾਮਾਇਣ ਲਿਖੀ ਸੀ ਤੇ ਉਹਨਾਂ ਦਾ ਹੀ ਅਸਲੀ ਨਾਮ ਸੀਗਾ ਰਤਨਾਕਾਰ। ਓਕੇ, ਬਾਕੀ ਰਾਮਾਇਣ ਬਾਰੇ ਕੁਝ ਬੇਸਿਕ ਜੇ ਪੁਆਇੰਟ ਦੇਖ ਲਓ ਹਨਾ, ਘੱਟੋ ਘੱਟ ਇੰਨੇ ਤਾਂ ਪਤਾ ਹੀ ਹੋਣੇ ਚਾਹੀਦੇ ਆ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ। ਕੁਛ ਤਾਂ ਇਸ ਤੋਂ ਬਾਹਰ ਵੀ ਆ ਜਾਂਦਾ ਹੈ ਬਟ ਇਹ ਬੇਸਿਕ ਹੈ, ਪਤਾ ਹੀ ਹੋਣਾ ਚਾਹੀਦਾ। ਪੂਰੀ ਦੁਨੀਆ ਦਾ ਸਭ ਤੋਂ ਪੁਰਾਣਾ ਮਹਾਕਾਵਿ ਕਿਹਾ ਜਾਂਦਾ ਹੈ। ਜੇ ਕੁਐਸਚਨ ਆ ਜਾਏ ਪੂਰੀ ਦੁਨੀਆ ਦਾ ਸਭ ਤੋਂ ਪੁਰਾਣਾ ਮਹਾਕਾਵਿ ਕਿਹੜਾ ਹੈਗਾ ਆ? ਰਾਮਾਇਣ। ਠੀਕ ਹੈ, ਲੇਖਕ ਕੌਣ ਨੇ? ਮਹਾਰਿਸ਼ੀ ਵਾਲਮੀਕੀ ਯਾਨੀ ਰਤਨਾਕਾਰ। ਰਾਮਾਇਣ ਨੂੰ ਆਦਿ ਕਾਵਿ ਕਿਹਾ ਜਾਂਦਾ ਸੀ, ਇਹ ਵੀ ਯਾਦ ਰੱਖਣਾ ਹੈ, ਆਦਿ ਕਾਵਿ। ਠੀਕ ਹੈ, ਵਰਤਮਾਨ ਵਿੱਚ ਕਿੰਨੇ ਸ਼ਲੋਕ ਹਨ? 24,000 ਸ਼ਲੋਕ ਇਹਦੇ ਵਿੱਚ ਮਿਲਣਗੇ ਤੇ ਜਿਹੜੀ ਓਰੀਜਨਲ ਰਾਮਾਇਣ ਸੀਗੀ ਉਹਦੇ ਚ 7,000 ਸਨ। ਹੌਲੀ ਹੌਲੀ ਕਰਕੇ ਟਾਈਮ ਦੇ ਹਿਸਾਬ ਨਾਲ ਉਹਦੇ ਚ ਜਿਹੜੇ ਸ਼ਲੋਕ ਹੈ ਉਹ ਵੱਧਦੇ ਚਲੇ ਗਏ। ਟੋਟਲ 7 ਚੈਪਟਰ ਹਨ। ਮਤਲਬ ਚੈਪਟਰ ਮਤਲਬ ਕਾਂਡ ਕਿਹਾ ਗਿਆ ਇਹਨੂੰ ਕਿ ਟੋਟਲ 7 ਕਾਂਡ ਹਨ। ਆਪਾਂ ਚੈਪਟਰ ਵਾਈਜ਼ ਯਾਦ ਰੱਖ ਸਕਦੇ ਹਾਂ ਕਿ ਟੋਟਲ 7 ਚੈਪਟਰ ਨੇ। ਠੀਕ ਹੈ, ਪਹਿਲਾ ਤੇ 7ਵਾਂ ਕਿਹਾ ਜਾਂਦਾ ਕਿ ਬਾਅਦ ਦੇ ਵਿੱਚ ਜੋੜੇ ਗਏ ਹੈ। ਠੀਕ ਹੈ ਨਾ, ਯਾਨੀ ਓਰੀਜਨਲ ਦੇ ਵਿੱਚ 5 ਹੀ ਸੀਗੇ। ਰਾਮਾਇਣ ਜਿਹੜੀ ਓਰੀਜਨਲ ਸੀ ਉਹ ਸੰਸਕ੍ਰਿਤ ਦੇ ਵਿੱਚ ਲਿਖੀ ਹੋਈ ਸੀ, ਬਾਅਦ ਦੇ ਵਿੱਚ ਫਾਰਸੀ ਭਾਸ਼ਾ ਵਿੱਚ ਇਹਨੂੰ ਕਿਹਨੇ ਟਰਾਂਸਲੇਟ ਕਰਿਆ? ਬਦਾਯੂਨੀ ਨੇ। ਠੀਕ ਹੈ, ਯਾਦ ਰੱਖਣਾ ਹੈ। ਤੇ ਤਾਮਿਲ ਭਾਸ਼ਾ ਦੇ ਵਿੱਚ ਕਿਸਨੇ ਟਰਾਂਸਲੇਟ ਕਰਿਆ? ਕੰਬਨ ਨੇ। ਤਾਂ ਇਹ ਕੁਝ ਬੇਸਿਕ ਜਿਹੇ ਪੁਆਇੰਟ ਆ ਜਿਹੜੇ ਪਤਾ ਹੀ ਹੋਣੇ ਚਾਹੀਦੇ। ਉਸ ਤੋਂ ਬਾਅਦ ਭਗਵਾਨ ਬੁੱਧ ਨੇ ਆਖਰੀ ਸਾਹ ਕਿੱਥੇ ਲਿਆ ਸੀ? ਤਾਂ ਭਗਵਾਨ ਬੁੱਧ ਨੇ ਆਖਰੀ ਸਾਹ ਲਿਆ ਸੀਗਾ ਬਈ ਕੁਸ਼ੀਨਗਰ ਦੇ ਵਿੱਚ। ਠੀਕ ਹੈ ਨਾ, ਉਹਨਾਂ ਦੀ ਮ੍ਰਿਤੂ ਹੈ ਜਿਹੜੀ ਜਾਂ ਉਹਨਾਂ ਨੂੰ ਮਹਾਪਰਿਨਿਰਵਾਣ ਦੀ ਪ੍ਰਾਪਤੀ ਜਿਹੜੀ ਹੋਈ ਹੈ ਉਹ ਕੁਸ਼ੀਨਗਰ ਦੇ ਵਿੱਚ ਹੋਈ ਹੈ। ਤੇ ਕੁਸ਼ੀਨਗਰ ਕਿਹੜੀ ਸਟੇਟ ਦੇ ਵਿੱਚ ਹੈ? ਉੱਤਰ ਪ੍ਰਦੇਸ਼। ਠੀਕ ਹੈ, ਕੁਸ਼ੀਨਗਰ ਜਿਹੜਾ ਹੈਗਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹੈਗਾ। ਠੀਕ ਹੈ, ਨੈਕਸਟ ਆ ਜਾਓ ਤਾਮਿਲ ਵਿੱਚ ਜੀਵਕ ਚਿੰਤਾਮਣੀ ਦਾ ਸੰਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ? ਤਾਂ ਇਹ ਜੈਨ ਧਰਮ ਦਾ ਇੱਕ ਸੀਗਾ ਬਈ ਸੰਤ ਕੋਈ ਮਹਾਤਮਾ। ਠੀਕ ਹੈ, ਉਸਨੇ ਇਹ ਬੁੱਕ ਲਿਖੀ ਸੀ ਜੀਵਕ ਚਿੰਤਾਮਣੀ। ਠੀਕ ਹੈ, ਤਾਮਿਲ ਦੇ ਵਿੱਚ ਹੈਗੀ ਹੈ ਤੇ ਉਸ ਸੰਤ ਦਾ ਨਾਮ ਸੀਗਾ ਤਿਰੂਤੁਕਦੇਵ। ਠੀਕ ਹੈ ਨਾ, ਤਿਰੂਤੁਕਦੇਵ, ਇਹ ਯਾਦ ਰੱਖਣਾ ਆਪਾਂ ਨੇ। ਨੈਕਸਟ ਭਗਵਾਨ ਮਹਾਵੀਰ ਦਾ ਜਨਮ ਕਿਸ ਛਤਰੀਏ ਕਬੀਲੇ ਵਿੱਚ ਹੋਇਆ ਸੀ? ਜਿਸ ਛਤਰੀਏ ਕਬੀਲੇ ਵਿੱਚ ਹੋਇਆ ਸੀ ਮਤਲਬ ਉਸਦਾ ਨਾਂ ਦੱਸਣਾ ਆਪਾਂ ਨੇ। ਤਾਂ ਭਗਵਾਨ ਮਹਾਵੀਰ 24ਵੇਂ ਤੀਰਥੰਕਰ ਜੈਨ ਧਰਮ ਦੇ ਛਤਰੀਏ ਸੀਗੇ ਬਈ। ਈਵਨ ਮਤਲਬ ਸਾਰੇ ਦੇ ਸਾਰੇ ਹੀ ਇਹ 24 ਦੇ 24 ਹੀ ਛਤਰੀਏ ਸੀਗੇ। ਤੇ ਕਿਹੜੇ ਕਬੀਲੇ ਨਾਲ ਸੰਬੰਧ ਸੀਗੇ ਇਹਨਾਂ ਦਾ? ਜੰਤਰਿਕ ਕਬੀਲੇ ਨਾਲ। ਠੀਕ ਹੈ, ਯਾਦ ਰੱਖਣਾ ਹੈ, ਜੰਤਰਿਕਾ ਕਬੀਲੇ ਨਾਲ ਇਹਨਾਂ ਦਾ ਸੰਬੰਧ ਸੀਗਾ। ਤੇ ਆਪਸ਼ਨ ਦੇ ਵਿੱਚ ਤੁਸੀਂ ਇਹ ਦੇਖੋ ਇੱਕ ਸਾਕਿਆ। ਸਾਕਿਆ ਇਹ ਵੀ ਛਤਰੀਏ ਵੰਸ਼ ਸੀਗਾ ਬਈ, ਇਹਦੇ ਨਾਲ ਸੰਬੰਧਿਤ ਹੈ ਭਗਵਾਨ ਬੁੱਧ। ਠੀਕ ਹੈ ਨਾ, ਭਗਵਾਨ ਬੁੱਧ ਜਿਹੜੇ ਸੀਗੇ ਉਹ ਛਤਰੀਏ ਸੀਗੇ ਸਾਕਿਆ ਵੰਸ਼ ਦੇ। ਤੇ ਭਗਵਾਨ ਮਹਾਵੀਰ ਜਿਹੜੇ ਹੈਗੇ ਆ ਜੈਨ ਧਰਮ ਦੇ ਰੀਅਲ ਫਾਊਂਡਰ ਉਹ ਜੰਤਰਿਕਾ ਵੰਸ਼ ਦੇ ਛਤਰੀਏ ਸੀਗੇ। ਠੀਕ ਹੈ, ਯਾਦ ਰੱਖਣਾ। ਆਰਿਆ ਭੱਟ ਤੇ ਵਰਾਹਾ ਮਹੀਰ ਦੇ ਪ੍ਰਸਿੱਧ ਨਾਮ ਕਿਸ ਯੁੱਗ ਨਾਲ ਜੁੜੇ ਹਨ? ਮਤਲਬ ਦੋ ਸਾਇੰਟਿਸਟਾਂ ਦੀ ਗੱਲ ਹੋ ਰਹੀ ਹੈ, ਆਰਿਆ ਭੱਟ ਤੇ ਵਰਾਹਾ ਮਹੀਰ ਇੱਕ ਤਰ੍ਹਾਂ ਦੇ ਸਾਇੰਟਿਸਟ ਹੀ ਸੀਗੇ। ਠੀਕ ਹੈ, ਇਹ ਕਿਹੜੇ ਯੁੱਗ ਨਾਲ ਜੁੜੇ ਹੋਏ ਸੀਗੇ? ਗੁਪਤ ਕਾਲ ਨਾਲ ਇਹ ਜੁੜੇ ਹੋਏ ਸੀਗੇ। ਠੀਕ ਹੈ, ਮਤਲਬ ਗੁਪਤ ਕਾਲ ਦੇ ਦੌਰਾਨ ਹੀ ਇਹ ਸੀਗੇ ਬਈ। ਠੀਕ ਹੈ, ਗੁਪਤ ਕਾਲ ਜਿਹਨੂੰ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ
ਗੋਲਡਨ ਪੀਰੀਅਡ ਕਿਹਾ ਜਾਂਦਾ, ਸਵਰਣਮਈ ਦੌਰ ਕਿਹਾ ਜਾਂਦਾ ਉਹਨੂੰ। ਜ਼ੀਰੋ ਬਿਲਕੁਲ ਸੌਖਾ ਜਿਹਾ ਕੁਐਸਚਨ ਹੈ। ਜ਼ੀਰੋ ਦੀ ਖੋਜ ਕਿਹਨੇ ਕਰੀ ਹੈ? ਆਰਿਆਭੱਟ ਨੇ ਕਰੀ ਹੈ। ਨੈਕਸਟ ਆ ਜਾਓ ਬਸ। ਭਗਵਾਨ ਮਹਾਵੀਰ ਨੇ ਮੁਕਤੀ ਕਿੱਥੇ ਪ੍ਰਾਪਤ ਕੀਤੀ ਸੀ? ਠੀਕ ਹੈ ਨਾ, ਮਤਲਬ ਭਗਵਾਨ ਮਹਾਵੀਰ ਦੀ ਜਿਹੜੀ ਮ੍ਰਿਤੂ ਹੈ ਉਹ ਕਿੱਥੇ ਹੋਈ ਹੈ, ਕਹਿਣ ਦਾ ਮਤਲਬ ਹੈ। ਤਾਂ ਉਹਨਾਂ ਦੀ ਮ੍ਰਿਤੂ ਹੋਈ ਸੀਗੀ ਪਾਵਾਪੁਰੀ ਦੇ ਵਿੱਚ, ਤੇ ਪਾਵਾਪੁਰੀ ਕਿੱਥੇ ਹੈ? ਬਿਹਾਰ ਦੇ ਵਿੱਚ। ਠੀਕ ਹੈ, ਪਾਵਾਪੁਰੀ ਕਿੱਥੇ ਹੈ ਬਈ? ਬਿਹਾਰ ਦੇ ਵਿੱਚ। ਓਕੇ, ਸਰਵਣ ਬੇਲਗੋਲਾ ਯਾਦ ਰੱਖਣਾ ਬਈ, ਸਰਵਣ ਬੇਲਗੋਲਾ ਕਿੱਥੇ ਹੈ? ਸਰਵਣ ਬੇਲਗੋਲਾ ਕਰਨਾਟਕ ਦੇ ਵਿੱਚ ਹੈ। ਠੀਕ ਹੈ ਨਾ, ਕਰਨਾਟਕ ਦੇ ਵਿੱਚ ਹੈ ਸਰਵਣ ਬੇਲਗੋਲਾ। ਇੱਥੇ ਚੰਦਰਗੁਪਤ ਮੌਰਿਆ ਆਇਆ ਸੀ। ਠੀਕ ਹੈ ਨਾ, ਮਤਲਬ ਆਪਣਾ ਜਦੋਂ ਉਹਨੇ ਜੈਨ ਧਰਮ ਅਪਣਾ ਲਿਆ, ਆਪਣਾ ਸਾਰਾ ਰਾਜਪਾਟ ਛੋੜ ਕੇ ਇੱਥੇ ਆ ਗਿਆ ਸੀ ਸਰਵਣ ਬੇਲਗੋਲਾ। ਇੱਥੇ ਹੀ ਉਹਦੀ ਮ੍ਰਿਤੂ ਹੋਈ ਸੀ। ਠੀਕ ਹੈ, ਨੈਕਸਟ। ਕੁਸ਼ਾਣ ਕਾਲ ਵਿੱਚ ਸਭ ਤੋਂ ਵੱਡਾ ਵਿਕਾਸ ਕਿਸ ਖੇਤਰ ਵਿੱਚ ਹੋਇਆ ਸੀ? ਤਾਂ ਕੁਸ਼ਾਣ ਕਾਲ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਵਿਕਾਸ ਹੋਇਆ ਉਹ ਆਰਟ ਦੇ ਫੀਲਡ ਦੇ ਵਿੱਚ ਹੋਇਆ ਸੀ। ਠੀਕ ਹੈ ਨਾ, ਯਾਦ ਰੱਖਣਾ ਆਪਾਂ ਨੇ, ਆਰਟ ਦੀ ਫੀਲਡ ਦੇ ਵਿੱਚ ਹੋਇਆ। ਕਾਫੀ ਮੂਰਤੀਆਂ ਵਗੈਰਾ ਬਣਾਉਣ ਦੀ ਜਿਹੜੀ ਕਲਾ ਹੈ ਹਨਾ, ਉਹ ਬਹੁਤ ਜ਼ਿਆਦਾ ਡਿਵੈਲਪ ਹੋਈ। ਗੌਤਮ ਬੁੱਧ ਦੀ ਬਹੁਤ ਮੂਰਤੀਆਂ ਵਗੈਰਾ ਬਣਾਈ ਗਈ। ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕੁਸ਼ਾਣਾਂ ਦੇ ਟਾਈਮ ਦੇ ਵਿੱਚ, ਰਾਜਾ ਕਨਿਸ਼ਕ ਦੇ ਟਾਈਮ ਦੇ ਵਿੱਚ ਕੀ ਹੋਇਆ ਸੀ, ਬੁੱਧ ਦੀ ਮੂਰਤੀ ਦੀ ਪੂਜਾ ਹੋਣੀ ਸ਼ੁਰੂ ਹੋ ਗਈ ਸੀ। ਠੀਕ ਹੈ ਨਾ, ਤਾਂ ਜਿਹੜਾ ਧਰਮ ਹੈ ਬੁੱਧ ਧਰਮ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ, ਹੀਨਯਾਨ ਮਹਾਯਾਨ। ਮਤਲਬ ਮੂਰਤੀਆਂ ਕਲਾ ਦੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਇਆ। ਠੀਕ ਹੈ ਨਾ, ਮਥੁਰਾ ਸਕੂਲ ਆਫ ਆਰਟ ਵੀ ਕੁਸ਼ਾਣਾਂ ਦੇ ਟਾਈਮ ਦੇ ਵਿੱਚ ਹੀ ਸ਼ੁਰੂ ਹੋਇਆ ਸੀ, ਮਥੁਰਾ ਕਲਾ। ਠੀਕ ਹੈ ਨਾ, ਨੈਕਸਟ ਆ ਜਾਓ ਬਈ। ਚੰਦਰਗੁਪਤ ਮੌਰਿਆ ਦਾ ਸਾਮਰਾਜ ਉੱਤਰ ਪੱਛਮ ਵਿੱਚ ਕਿੱਥੇ ਤੱਕ ਫੈਲਿਆ ਹੋਇਆ ਸੀ? ਠੀਕ ਹੈ ਨਾ, ਮਤਲਬ ਇਹ ਆਪਣੇ ਪੰਜਾਬ ਵਾਲੀ ਬੈਲਟ ਦੀ ਗੱਲ ਹੋ ਰਹੀ ਹੈ। ਇਸ ਸਾਈਡ ਜਾ ਕੇ ਕਿੱਥੇ ਤੱਕ ਚੰਦਰਗੁਪਤ ਮੌਰਿਆ ਦਾ ਜਿਹੜਾ ਸਾਮਰਾਜ ਸੀ ਉਹ ਫੈਲਿਆ ਹੋਇਆ ਸੀ? ਤਾਂ ਉਹ ਹਿੰਦੂ ਕੁਸ਼ ਦੀ ਪਹਾੜੀਆਂ ਜਿਹੜੀ ਕਿ ਅੱਜ ਅਫਗਾਨਿਸਤਾਨ ਦੇ ਵਿੱਚ ਹੈਗੀਆਂ, ਉੱਥੇ ਤੱਕ ਚੰਦਰਗੁਪਤ ਮੌਰਿਆ ਦਾ ਸਾਮਰਾਜ ਫੈਲਿਆ ਹੋਇਆ ਸੀ। ਠੀਕ ਹੈ ਨਾ, ਨਾਰਥ ਵੈਸਟ ਦੀ ਗੱਲ ਹੋ ਰਹੀ ਹੈ। ਨੈਕਸਟ ਆ ਜਾਓ। ਹੇਠਾਂ ਦਿੱਤਿਆਂ ਵਿੱਚੋਂ ਕਿਸ ਦਾ ਨਾਮ ਦੇਵ ਨਾਮ ਪ੍ਰਿਯ ਦਾਸੀ ਸੀ? ਬਿਲਕੁਲ ਬੇਸਿਕ ਸਿੰਪਲ ਜਿਹਾ ਕੁਐਸਚਨ ਹੈ, ਸਾਰਿਆਂ ਨੂੰ ਪਤਾ ਹੈ। ਸਮਰਾਟ ਅਸ਼ੋਕ ਦੇ ਜਿਹੜੇ ਸ਼ਿਲਾਲੇਖ ਹੈਗੇ ਆ, ਉਹਨਾਂ ਦੇ ਵਿੱਚ ਸਮਰਾਟ ਅਸ਼ੋਕ ਨੂੰ ਦੇਵਾਨਮ ਪ੍ਰਿਯ ਦਾਸੀ ਕਿਹਾ ਗਿਆ। ਠੀਕ ਹੈ ਨਾ, ਦੇਵਤਾ ਦਾ ਪ੍ਰਿਯ ਯਾਨੀ ਦੇਵਾਨਮ ਪ੍ਰਿਯ ਦਾਸੀ ਕਿਹਾ ਗਿਆ ਉਹਨੂੰ। ਨੈਕਸਟ ਹੈ ਜੀ, ਡੈਸ਼ ਬੋਧੀ ਕਲਾ ਤੇ ਆਰਕੀਟੈਕਚਰ ਦੇ ਸ਼ਾਨਦਾਰ ਨਮੂਨਿਆਂ ਲਈ ਮਸ਼ਹੂਰ ਹੈ। ਮਤਲਬ ਇਹਨਾਂ ਚਾਰਾਂ ਵਿੱਚੋਂ ਦੱਸਣਾ ਹੈ ਵੀ ਕਿਹੜਾ ਜਿਹੜਾ ਬੁੱਧਿਸਟ ਆਰਟ ਐਂਡ ਆਰਕੀਟੈਕਚਰ ਹੈਗਾ ਉਹਦੇ ਵਾਸਤੇ ਫੇਮਸ ਹੈ। ਤਾਂ ਇਹ ਗੱਲ ਹੋ ਰਹੀ ਹੈ ਸਾਂਚੀ ਦੀ। ਠੀਕ ਹੈ, ਸਾਂਚੀ ਕਿੱਥੇ ਹੈ? ਮੱਧ ਪ੍ਰਦੇਸ਼ ਦੇ ਵਿੱਚ ਹੈਗਾ ਆ। ਠੀਕ ਹੈ ਨਾ, ਸਾਂਚੀ ਸ਼ਹਿਰ। ਇੱਥੇ ਹੀ ਸਾਂਚੀ ਦਾ ਸਤੂਪ ਤੁਹਾਨੂੰ ਮਿਲੂਗਾ, ਜਿਹਦੀ ਫੋਟੋ 200 ਦੇ ਨੋਟ ਤੇ ਹੈ, ਜਿਹਨੂੰ ਸਮਰਾਟ ਅਸ਼ੋਕ ਨੇ ਬਣਵਾਇਆ ਸੀ। ਠੀਕ ਹੈ, ਨੈਕਸਟ ਆ ਜਾਓ। ਜੂਨਾਗੜ੍ਹ ਰੌਕ ਅਭਿਲੇਖ ਜਿਹੜਾ ਹੈਗਾ ਆ, ਜੂਨਾਗੜ੍ਹ ਸ਼ਿਲਾਲੇਖ ਜਿਹੜਾ ਹੈਗਾ ਆ, ਉਹ ਕਿਸ ਨਾਲ ਜੁੜਿਆ ਹੋਇਆ? ਤਾਂ ਇਹ ਚਾਰ ਰਾਜੇ ਦੇ ਨਾਂ ਇੱਥੇ ਲਿਖੇ ਹੋਏ ਆ ਬਈ। ਇਹਦਾ ਸੰਬੰਧ ਹੈਗਾ ਆ ਰਾਜਾ ਰੁਦਰ ਦਮਨ ਨਾਲ। ਰਾਜਾ ਰੁਦਰ ਦਮਨ ਜਿਹੜਾ ਹੈਗਾ ਉਹ ਸ਼ਕ ਵੰਸ਼ ਦਾ ਸੀਗਾ। ਠੀਕ ਹੈ ਨਾ, ਸ਼ਕ ਵੰਸ਼ ਦਾ ਰਾਜਾ ਸੀਗਾ ਰਾਜਾ ਰੁਦਰ ਦਮਨ, ਇਹਦੇ ਨਾਲ ਜੁੜਿਆ ਹੋਇਆ। ਤੇ ਇਹ ਹੈ ਕਿੱਥੇ ਆ? ਇਹਨੂੰ ਗਿਰਨਾਰ ਅਭਿਲੇਖ ਵੀ ਕਿਹਾ ਜਾਂਦਾ, ਇਹ ਵੀ ਯਾਦ ਰੱਖ ਸਕਦੇ ਹੋ। ਗਿਰਨਾਰ ਅਭਿਲੇਖ ਵੀ ਜੂਨਾਗੜ੍ਹ ਅਭਿਲੇਖ ਨੂੰ ਹੀ ਕਿਹਾ ਜਾਂਦਾ। ਲੈਂਗੁਏਜ ਕਿਹੜੀ ਹੈ? ਸੰਸਕ੍ਰਿਤ ਹੈ, ਇਹ ਵੀ ਯਾਦ ਰੱਖਣਾ ਹੈ। ਠੀਕ ਹੈ ਨਾ, ਸੰਸਕ੍ਰਿਤ। ਤੇ ਇਹ ਹੈ ਕਿੱਥੇ ਹੈ? ਗਿਰਨਾਰ ਕਿੱਥੇ ਹੈ ਜਗ੍ਹਾ? ਗੁਜਰਾਤ ਦੇ ਵਿੱਚ। ਓਕੇ ਬਈ, ਯਾਦ ਰੱਖਣਾ। ਠੀਕ ਹੈ, ਨੈਕਸਟ ਆ ਜਾਓ। ਪੱਛਮੀ ਭਾਰਤ ਵਿੱਚ ਚਾਲੁਕਿਆ ਤੋਂ ਬਾਅਦ ਕਿਹੜਾ ਰਾਜਵੰਸ਼ ਆਇਆ? ਤਾਂ ਚਾਲੁਕਿਆ ਤੋਂ ਬਾਅਦ ਵੀ ਪੱਛਮੀ ਭਾਰਤ ਦੇ ਵਿੱਚ ਆਉਂਦੇ ਆ ਰਾਸ਼ਟਰਕੂਟ ਵੰਸ਼। ਠੀਕ ਹੈ, ਰਾਸ਼ਟਰਕੂਟ ਵੰਸ਼ ਆਉਂਦੇ ਆ ਚਾਲੁਕਿਆ ਤੋਂ ਬਾਅਦ, ਤੇ ਇਹਨਾਂ ਦਾ ਸੰਸਥਾਪਕ ਸੀਗਾ ਬਈ ਦੰਤੀ ਦੁਰਗ। ਦੰਤੀ ਦੁਰਗ ਇਹਨਾਂ ਦਾ ਸੰਸਥਾਪਕ ਸੀਗਾ ਰਾਸ਼ਟਰਕੂਟ ਵੰਸ਼ ਵਾਲਿਆਂ ਦਾ। ਨੈਕਸਟ ਆ ਜਾਓ। ਹੇਠ ਲਿਖੇ ਵਿੱਚ ਕੌਣ ਕਨਿਸ਼ਕ ਦੇ ਸਮਕਾਲੀ ਸਨ? ਤਾਂ ਇਹ ਮਤਲਬ ਆਪਸ਼ਨ ਦੇ ਹੋਏ ਇਹਨਾਂ ਚੋਂ ਦੱਸਣਾ ਵੀ ਕਿਹੜੇ ਕਿਹੜੇ ਕਨਿਸ਼ਕ ਦੇ ਟਾਈਮ ਦੇ ਬੰਦੇ ਹੈਗੇ ਆ। ਤਾਂ ਕੰਬਨ ਬਾਣਭੱਟ। ਦੇਖੋ ਬਾਣਭੱਟ ਤੁਹਾਨੂੰ ਪਤਾ ਹੈ ਹਰ ਵੀਡੀਓ ਦੇ ਵਿੱਚ, ਮਤਲਬ ਹਰ ਦੂਜੀ ਵੀਡੀਓ ਦੇ ਵਿੱਚ ਬਾਣਭੱਟ ਦਾ ਜ਼ਿਕਰ ਆ ਹੀ ਜਾਂਦਾ ਹੈ। ਇਹ ਹਰਸ਼ਵਰਧਨ ਦੇ ਦਰਬਾਰ ਦੇ ਵਿੱਚ ਸੀਗਾ, ਤੇ ਹਰਸ਼ਵਰਧਨ ਤੇ ਕਨਿਸ਼ਕ ਦੇ ਵਿੱਚ ਘੱਟੋ ਘੱਟ 600 ਸਾਲਾਂ ਦਾ ਫਰਕ ਹੈ ਨਾ, ਤਾਂ ਇਹ ਤਾਂ ਹੋ ਹੀ ਨਹੀਂ ਸਕਦਾ, ਇਹਨੂੰ ਕੱਟ ਦਿਓ। ਨਾਗਾਰਜੁਨ, ਅਸ਼ਵਘੋਸ਼ ਤੇ ਵਸ਼ੂਮਿਤਰਾ, ਰੀਅਲ ਆਨਸਰ ਇਹੀ ਹੈ। ਠੀਕ ਹੈ ਨਾ, ਨਾਗਾਰਜੁਨ, ਅਸ਼ਵਘੋਸ਼ ਤੇ ਵਸ਼ੂਮਿਤਰ, ਇਹ ਤਿੰਨੇ ਕਨਿਸ਼ਕ ਦੇ ਦਰਬਾਰ ਦੇ ਵਿੱਚ ਰਹਿੰਦੇ ਸੀ। ਠੀਕ ਹੈ ਨਾ, ਯਾਦ ਰੱਖਣਾ। ਨਾਗਾਰਜੁਨ ਸਾਇੰਟਿਸਟ ਸੀਗਾ, ਇਹਨੂੰ ਭਾਰਤ ਦਾ ਆਇਨਸਟਾਈਨ ਕਿਹਾ ਜਾਂਦਾ ਹੈ। ਅਸ਼ਵਘੋਸ਼ ਇਹ ਬੁੱਧ ਧਰਮ ਦਾ ਮਤਲਬ ਉਹ ਸੀਗਾ, ਬਹੁਤ ਵਿਦਵਾਨ ਸੀਗਾ ਬੁੱਧ ਧਰਮ ਦਾ, ਤੇ ਵਸ਼ੂਮਿਤਰ ਵੀ ਬੁੱਧ ਧਰਮ ਦਾ ਵਿਦਵਾਨ ਸੀ। ਅਸ਼ਵਘੋਸ਼ ਨੇ ਇੱਕ ਬੁੱਕ ਲਿਖੀ ਸੀ ਬੁੱਧ ਚਰਿੱਤਰ, ਯਾਦ ਰੱਖਣਾ ਹੈ, ਬੁੱਧ ਚਰਿੱਤਰ। ਠੀਕ ਹੈ, ਬੁੱਧ ਚਰਿੱਤਰ ਯਾਦ ਰੱਖਣਾ ਹੈ। ਬੁੱਧ ਚਰਿੱਤਰ ਨੂੰ ਰਾਮਾਇਣ ਵੀ ਕਿਹਾ ਜਾਂਦਾ ਹੈ ਬੁੱਧ ਧਰਮ ਦੀ। ਓਕੇ, ਨੈਕਸਟ ਆ ਜਾਓ। ਸਮਰਾਟ ਅਸ਼ੋਕ ਦੀ ਪਤਨੀ ਕੌਣ ਸੀ ਜਿਸ ਨੇ ਉਸ ਨੂੰ ਪ੍ਰਭਾਵਿਤ ਕੀਤਾ? ਤਾਂ ਸਮਰਾਟ ਅਸ਼ੋਕ ਵੈਸੇ ਤਾਂ ਕਾਫੀ ਵਿਆਹ ਹੋਏ ਸੀ ਉਹਨਾਂ ਦੇ, ਬਟ ਜਿਹੜੀ ਸਭ ਤੋਂ ਪਹਿਲੀ ਵਾਈਫ ਸੀ ਉਹ ਸੀਗੀ ਕਰੂਵਾਕੀ। ਠੀਕ ਹੈ ਨਾ, ਕਰੂਵਾਕੀ ਸੀਗੀ। ਤੇ ਜਿਹੜੀ ਮਤਲਬ ਸਟੋਰੀਆਂ ਹੈਗੀਆਂ ਉਹਨਾਂ ਦੇ ਨਾਲ ਰਿਲੇਟਡ ਇਹ ਕਿਹਾ ਜਾਂਦਾ ਹੈ ਕਿ ਜਦੋਂ ਅਸ਼ੋਕ ਨੇ ਕਲਿੰਗ ਦੇ ਉੱਤੇ ਅਟੈਕ ਕਰਿਆ ਸੀ ਨਾ, ਤਾਂ ਉੱਥੇ ਮਤਲਬ ਜਿਹੜੇ ਸੈਨਿਕ ਸੀ ਉਹ ਤਾਂ ਸਾਰੇ ਮਾਰੇ ਗਏ ਸੀ, ਤਾਂ ਉੱਥੇ ਦੀ ਜਿਹੜੀ ਮਹਿਲਾਵਾਂ ਸੀ ਹਨਾ,
ਉਹਨਾਂ ਦੀ ਟੀਮ ਬਣਾ ਕੇ ਮਤਲਬ ਉਹਨਾਂ ਦੀ ਸੈਨਾ ਤਿਆਰ ਕਰਕੇ ਕਲਿੰਗ ਵਾਲਿਆਂ ਦੀ ਮਤਲਬ ਜਿਹੜੀ ਮਹਿਲਾਵਾਂ ਸੀ ਉਹਨਾਂ ਨੇ ਟੀਮ ਆਪਣੀ ਤਿਆਰ ਕਰਕੇ ਸੈਨਾ ਤਿਆਰ ਕਰਕੇ ਅਸ਼ੋਕ ਨਾਲ ਲੜਾਈ ਲੜੀ ਸੀ ਤੇ ਜਿਹੜੀ ਕੇਰੂਵਾਕੀ ਸੀ ਇਹ ਉਹਨਾਂ ਦੀ ਲੀਡਰ ਸੀਗੀ। ਤਾਂ ਇਸ ਤੋਂ ਪ੍ਰਭਾਵਿਤ ਸੀਗੇ ਸਮਰਾਟ ਅਸ਼ੋਕ। ਮਤਲਬ ਇਹ ਸਟੋਰੀਆਂ ਹੈਗੀਆਂ ਇਹਨਾਂ ਦੇ ਨਾਲ ਰਿਲੇਟਡ, ਯਾਦ ਰੱਖਣਾ। ਨੈਕਸਟ ਹੈ ਜੀ, ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਮੇਲ ਹੈ, ਮਤਲਬ ਇਹਨਾਂ ਵਿੱਚੋਂ ਦੱਸਣਾ ਵੀ ਕਿਹੜਾ ਕਰੈਕਟ ਹੈਗਾ। ਤਾਂ ਐਲੋਰਾ ਤੁਹਾਨੂੰ ਪਤਾ ਵੀ ਮਹਾਰਾਸ਼ਟਰ ਦੇ ਵਿੱਚ ਹੈਗੀ ਹੈ ਗੁਫਾਵਾਂ ਐਲੋਰਾ ਦੀ, ਤੇ ਸ਼ੱਕਰ ਦੇ ਨਾਲ ਬਿਲਕੁਲ ਵੀ ਸੰਬੰਧਿਤ ਨਹੀਂ ਹੈਗੀ। ਇਹਨਾਂ ਦਾ ਸੰਬੰਧ ਐਲੋਰਾ ਦੀ ਗੁਫਾਵਾਂ ਦਾ ਮੇਨਲੀ ਜੇ ਦੇਖੀਏ ਰਾਸ਼ਟਰਕੂਟ ਵੰਸ਼ ਨਾਲ ਹੈ, ਠੀਕ ਹੈ ਨਾ, ਰਾਸ਼ਟਰਕੂਟ ਦੇ ਨਾਲ, ਠੀਕ ਹੈ ਨਾ। ਮਹਾਬਲੀਪੁਰਮ ਜਿਹਨੂੰ ਮਮੱਲਾਪੁਰਮ ਵੀ ਕਿਹਾ ਜਾਂਦਾ ਹੈ, ਤਾਮਿਲਨਾਡੂ ਦੇ ਵਿੱਚ ਹੈਗੇ ਆ, ਤੇ ਇਹਨਾਂ ਦਾ ਸੰਬੰਧ ਜਿਹੜਾ ਹੈਗਾ ਆ ਮਲੀਪੁਰਮ ਵਾਲਿਆਂ ਦਾ, ਇਹਨਾਂ ਦਾ ਹੈਗਾ ਪੱਲਵਸ ਦੇ ਨਾਲ, ਠੀਕ ਹੈ ਨਾ, ਪੱਲਵਸ ਨਾਲ ਹੈਗਾ। ਮਹਾਬਲੀਪੁਰਮ ਪੱਲਵਸ ਨਾਲ ਸੰਬੰਧਿਤ ਹੈ। ਮੀਨਾਕਸ਼ੀ ਟੈਂਪਲ ਜਿਹੜਾ ਹੈਗਾ ਬਈ ਉਹ ਪਾਂਡਿਅਨਸ ਨੇ ਬਣਵਾਇਆ ਸੀਗਾ, ਪਾਂਡਿਅਨਸ ਨੇ, ਪੱਲਵਾਂ ਨੇ ਨਹੀਂ, ਪਾਂਡਿਅਨਸ ਨੇ, ਪਾਂਡਿਅਨਸ, ਠੀਕ ਹੈ ਨਾ, ਪਾਂਡਿਆਂ ਨੇ। ਖਜਰਾਓ ਜਿਹੜੇ ਹੈਗੇ ਆ ਉਹ ਚੰਦੇਲ ਰਾਜਪੂਤਾਂ ਦੁਆਰਾ ਬਣਾਏ ਗਏ ਆ, ਠੀਕ ਹੈ, ਇਹ ਰਾਈਟ ਆਨਸਰ ਹੈ, ਠੀਕ ਹੈ ਨਾ। ਖਜਰਾਹੋ ਦੇ ਮੰਦਿਰ ਜਾਂ ਖਜਰਾਹੋ ਸ਼ਹਿਰ ਹੈ ਇਹ ਚੰਦੇਲ ਰਾਜਪੂਤਾਂ ਦਾ ਗੜ ਰਿਹਾ ਹੈ, ਠੀਕ ਹੈ, ਇਹ ਇਹਨਾਂ ਦੇ ਨਾਲ ਬਿਲਕੁਲ ਕਰੈਕਟ ਮੈਚ ਕਰਦਾ ਹੈ, ਠੀਕ ਹੈ, ਠੀਕ ਹੈ। ਨੈਕਸਟ ਹੈ ਜੀ, ਗੁਪਤਾ ਦੀ ਦਰਬਾਰੀ ਭਾਸ਼ਾ ਕਿਹੜੀ ਸੀ? ਤਾਂ ਸੰਸਕ੍ਰਿਤ ਲੈਂਗੁਏਜ ਹੈ ਜਿਹੜੀ, ਇਹ ਇਹਨਾਂ ਦੀ ਆਫੀਸ਼ੀਅਲ ਲੈਂਗੁਏਜ ਸੀ, ਯਾਦ ਰੱਖਣਾ। ਇਸ ਦੌਰਾਨ ਸੰਸਕ੍ਰਿਤ ਲੈਂਗੁਏਜ ਤੇ ਭਾਗਵਤ ਧਰਮ, ਠੀਕ ਹੈ ਨਾ, ਭਾਗਵਤ ਧਰਮ ਉਹ ਵਾਲਾ ਧਰਮ ਹੁੰਦਾ ਹੈ ਜਿਹਦੇ ਚ ਵਿਸ਼ਨੂੰ ਤੇ ਵਿਸ਼ਨੂੰ ਦੇ ਅਵਤਾਰਾਂ ਦੀ ਪੂਜਾ ਵਗੈਰਾ ਹੁੰਦੀ ਹੈ, ਠੀਕ ਹੈ ਨਾ। ਤਾਂ ਇਹ ਦੋਨੋਂ ਇਸ ਟਾਈਮ ਆਪਣੇ ਪੂਰੇ ਪੀਕ ਤੇ ਸੀਗੇ। ਨੈਕਸਟ ਹੈ ਜੀ, ਭਾਰਤ ਵਿੱਚ ਪ੍ਰਮੁੱਖ ਬੋਧੀ ਢਾਂਚੇ ਵਿੱਚੋਂ ਇੱਕ ਡੈਸ਼ ਸਾਰਨਾਥ ਵਿਖੇ ਸਤੂਪ ਦਾ ਨਿਰਮਾਣ ਮਹਾਨ ਮੌਰਿਆ ਰਾਜਾ ਅਸ਼ੋਕ ਦੁਆਰਾ ਕੀਤਾ ਗਿਆ ਸੀ। ਭਾਰਤ ਦੇ ਜਿੰਨੇ ਵੀ ਸਤੂਪ ਹੈਗੇ ਆ, ਤਾਂ ਸਾਰਨਾਥ ਵਿੱਚ ਜਿਹੜਾ ਮਤਲਬ ਮੇਨ ਸਤੂਪ ਹੈਗਾ ਅਸ਼ੋਕ ਨੇ ਬਣਵਾਇਆ ਉਹ ਕਿਹੜਾ ਹੈ? ਤਾਂ ਉਹ ਹੈਗਾ ਬਈ ਧਮੇਕ ਦਾ ਸਤੂਪ, ਠੀਕ ਹੈ ਨਾ। ਧਮੇਕ ਦਾ ਜਿਹੜਾ ਸਤੂਪ ਹੈ ਉਹ ਅਸ਼ੋਕ ਨੇ ਬਣਵਾਇਆ ਸੀ, ਕਿੱਥੇ ਹੈ? ਸਾਰਨਾਥ ਦੇ ਵਿੱਚ ਹੈ। ਇਹ ਉਹੀ ਜਗ੍ਹਾ ਹੈ ਜਿੱਥੇ ਗੌਤਮ ਬੁੱਧ ਨੇ ਉਪਦੇਸ਼ ਦਏ ਸੀ, ਠੀਕ ਹੈ ਨਾ। ਧਮੇਕ ਦਾ ਸਤੂਪ ਕਿੱਥੇ ਹੈ? ਸਾਰਨਾਥ ਦੇ ਵਿੱਚ ਹੈ, ਯਾਦ ਰੱਖਣਾ। ਨੈਕਸਟ, ਚੈਤੇ ਤੇ ਵਿਹਾਰ ਕਿਸ ਧਰਮ ਦੇ ਭਿਕਸ਼ੂਆਂ ਲਈ ਬਣਾਏ ਗਏ ਸੀ? ਤੇ ਚੈਤੇ ਤੇ ਵਿਹਾਰ ਇਹ ਦੋਨੇ ਬਣਾਏ ਗਏ ਸੀ, ਬੁੱਧੀਜ਼ਮ ਦੇ ਨਾਲ ਰਿਲੇਟਡ ਹੈ, ਬੁੱਧ ਧਰਮ ਦੇ ਜਿਹੜੇ ਭਿਕਸ਼ੂ ਵਗੈਰਾ ਇੱਥੇ ਰਹਿੰਦੇ ਸੀ, ਠੀਕ ਹੈ ਨਾ। ਹੁਣ ਕਾਫੀ ਵਰਡ ਹੋ ਗਏ, ਦੇਖੋ ਸਤੂਪ ਹੋ ਗਿਆ, ਚੈਤਿਆ ਵਿਹਾਰ, ਹਨਾ, ਇਹ ਬੁੱਧ ਧਰਮ ਦੇ ਨਾਲ ਕਾਫੀ ਰਿਲੇਟ ਕਰਦੇ ਨਾ। ਤਾਂ ਤੁਸੀਂ ਇਹਨੂੰ ਇੱਕ ਹੀ ਸਲਾਈਡ ਦੇ ਵਿੱਚ ਦੇਖੋ ਸਾਰਿਆਂ ਨੇ। ਮੇਨਲੀ ਇਹ ਤਿੰਨ ਵਰਡ ਤੁਹਾਨੂੰ ਬਾਰ-ਬਾਰ ਮਿਲਣਗੇ ਬੁੱਧ ਧਰਮ ਦੇ ਆਰਕੀਟੈਕਚਰ ਦੇ ਵਿੱਚ। ਤਾਂ ਇੱਕ ਹੈਗਾ ਸਤੂਪ ਉਹ ਵਾਲੀ ਜਗ੍ਹਾ ਹੁੰਦੀ ਹੈ, ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਨਾ, ਇਹ ਸਤੂਪ ਦੀ ਫੋਟੋ ਹੈ, ਠੀਕ ਹੈ। ਇਹ 200 ਰੁਪਏ ਦੇ ਨੋਟ ਦੇ ਉੱਤੇ ਵੀ ਤੁਹਾਨੂੰ ਮਿਲੂਗੀ, ਸਾਂਚੀ ਦਾ ਸਤੂਪ ਇਹਨੂੰ ਕਹਿੰਦੇ ਆ, ਠੀਕ ਹੈ। ਤਾਂ ਪੂਰੇ ਇੰਡੀਆ ਦੇ ਵਿੱਚ ਕਾਫੀ ਸਤੂਪ ਸੀਗੇ ਪਹਿਲਾਂ। ਸਟਾਰਟਿੰਗ ਦੇ ਵਿੱਚ ਜਦੋਂ ਸਤੂਪ ਬਣਾਏ ਗਏ ਸੀ ਟੋਟਲ ਸੀਗੇ 8। ਗੌਤਮ ਬੁੱਧ ਦੀ ਡੈਥ ਤੋਂ ਬਾਅਦ, ਉਹਨਾਂ ਦੀ ਮ੍ਰਿਤੂ ਤੋਂ ਬਾਅਦ ਉਹਨਾਂ ਦੇ ਜਿਹੜੇ ਅਵਸ਼ੇਸ਼ ਸੀਗੇ, ਜਿਵੇਂ ਨਾਖੂਨ ਵਗੈਰਾ, ਦੰਦ ਵਗੈਰਾ, ਬਾਲ ਵਗੈਰਾ, ਉਹ ਇੱਥੇ ਸਾਂਭ ਕੇ ਰੱਖੇ ਜਾਂਦੇ ਸੀ ਇਸ ਬਿਲਡਿੰਗ ਦੇ ਅੰਦਰ, ਠੀਕ ਹੈ ਨਾ। ਇਹਨੂੰ ਸਤੂਪ ਕਿਹਾ ਜਾਂਦਾ ਹੈ ਬਈ, ਓਕੇ, ਸਤੂਪ। ਫਿਰ ਇੱਕ ਵਰਡ ਚੈਤਿਆ ਹੁੰਦਾ ਉਹਨਾਂ ਦਾ ਪ੍ਰੇਅਰ ਹਾਲ, ਜਿੱਥੇ ਉਹ ਬੈਠ ਕੇ ਪ੍ਰੇਅਰ ਕਰਦੇ ਆ ਜਾਂ ਮੈਡੀਟੇਸ਼ਨ ਵਗੈਰਾ ਕਰਦੇ ਆ, ਠੀਕ ਹੈ। ਉਹ ਸਵੇਰੇ ਜਿਵੇਂ ਜੋ ਵੀ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਹੈ ਨਾ, ਆ ਕੇ ਪਾਠ ਕਰਨਾ, ਮੈਡੀਟੇਸ਼ਨ ਕਰਨੀ, ਉਹ ਚੈਤਿਆ ਦੇ ਵਿੱਚ ਕਰਦੇ ਆ, ਪ੍ਰਾਰਥਨਾ ਹਾਲ ਹੁੰਦਾ ਇਹਨਾਂ ਦਾ। ਇੱਕ ਹੁੰਦਾ ਵਿਹਾਰ ਉਹ ਬਿਲਡਿੰਗ ਹੁੰਦੀ ਹੈ, ਉਹ ਗੁਫਾ ਹੁੰਦੀ ਹੈ ਜਿੱਥੇ ਉਹ ਰਹਿੰਦੇ ਆ, ਠੀਕ ਹੈ ਨਾ, ਮਤਲਬ ਰੈਸਟ ਵਗੈਰਾ ਕਰਦੇ, ਜੋ ਉਹਨਾਂ ਦਾ ਰਹਿਣ ਦਾ ਸਥਾਨ ਹੈ। ਤਾਂ ਤਿੰਨ ਵਰਡ ਹੈ, ਸਤੂਪ, ਚੈਤੇ ਤੇ ਵਿਹਾਰ, ਯਾਦ ਰੱਖਣਾ ਬਈ। ਨੈਕਸਟ ਆ ਜਾਓ, ਬੌਧ ਭਿਕਸ਼ੂਆਂ ਲਈ ਬਣਾਈ ਗਈ ਲੋਮਸ ਰੀਸੀ ਗੁਫਾ ਕਿਸ ਰਾਜ ਵਿੱਚ ਸਥਿਤ ਹੈ? ਤਾਂ ਲੋਮਸ ਰੀਸੀ ਦੀ ਗੁਫਾ ਦੱਸਣੀ ਹੈ ਕਿੱਥੇ ਹੈ, ਇਹ ਮਿਲੂਗੀ ਬਿਹਾਰ ਦੇ ਵਿੱਚ, ਠੀਕ ਹੈ ਨਾ। ਤੇ ਇਸ ਗੁਫਾ ਜਾਂ ਇੱਥੇ ਇੱਕ ਗੁਫਾ ਹੋਰ ਹੈ, ਬਰਾਬਰ ਦੀ ਗੁਫਾਵਾਂ, ਮਤਲਬ ਇੱਥੇ ਹੀ ਹੈ ਲੋਮਸ ਰੀਸੀ ਦੀ ਗੁਫਾ ਵੀ, ਬਰਾਬਰ ਦੀ ਗੁਫਾਵਾਂ ਦੇ ਵਿੱਚ, ਠੀਕ ਹੈ। ਤੇ ਬਿਹਾਰ ਦੇ ਵਿੱਚ ਇਹ ਮਿਲੂਗੀ। ਇਹ ਸਮਰਾਟ ਅਸ਼ੋਕ ਦਾ ਜਿਹੜਾ ਪੋਤਾ ਸੀਗਾ ਦਸ਼ਰਥ, ਉਸਨੇ ਬਣਵਾਈ ਸੀ, ਠੀਕ ਹੈ। ਦਸ਼ਰਥ ਨੇ, ਸਮਰਾਟ ਅਸ਼ੋਕ ਦਾ ਪੋਤਾ ਸੀਗਾ ਦਸ਼ਰਥ, ਉਹਨੇ ਬਣਵਾਈ ਸੀ। ਤੇ ਮੇਨਲੀ ਦੇਖੋ ਇਹ ਕੁਐਸਚਨ ਆਇਆ ਹੋਇਆ ਸੀਗਾ ਕਿ ਬੌਧ ਭਿਕਸ਼ੂਆਂ ਲਈ ਬਣਾਈ ਗਈ, ਬਟ ਬੌਧ ਭਿਕਸ਼ੂਆਂ ਲਈ ਨਹੀਂ, ਇਹ ਜਿਹੜਾ ਦਸ਼ਰਥ ਸੀਗਾ ਇਹਨੇ ਇਹ ਬਣਾਈ ਸੀਗੀ ਗੁਫਾ ਆਜੀਵਿਕਾ ਸੰਪਰਦਾਇ ਦੇ ਲੋਕਾਂ ਲਈ, ਆਜੀਵਿਕਾ ਸੰਪਰਦਾਇ, ਠੀਕ ਹੈ। ਇੱਕ ਹੋਰ ਸੰਪਰਦਾਇ, ਮਤਲਬ ਜੈਨ ਧਰਮ ਤੇ ਬੁੱਧ ਧਰਮ ਤੋਂ ਵੀ ਪਹਿਲਾਂ ਇੱਕ ਸੰਪਰਦਾਇ ਚੱਲਦਾ ਸੀ, ਆਜੀਵਿਕਾ ਸੰਪਰਦਾਇ, ਹਨਾ, ਬਟ ਉਹ ਰਿਲੀਜਨ ਦਾ ਰੂਪ ਨਹੀਂ ਲੈ ਪਾਇਆ, ਇਸ ਕਰਕੇ ਅੱਜ ਆਜੀਵਿਕਾ ਰਿਲੀਜਨ ਵਾਲਾ ਕੋਈ ਬੰਦਾ ਹੈਗਾ ਨਹੀਂ। ਜੈਨੀ ਮਿਲ ਜਾਣਗੇ, ਬੋਧੀ ਮਿਲ ਜਾਣਗੇ, ਬਟ ਆਜੀਵਿਕਾ ਧਰਮ ਵਾਲਾ ਕੋਈ ਹੈਗਾ ਨਹੀਂ। ਤਾਂ ਉਸ ਟਾਈਮ ਇਹ ਫੇਮਸ ਸੀਗਾ, ਉਹਨਾਂ ਵਾਸਤੇ ਬੇਸਿਕਲੀ ਉਹਨਾਂ ਵਾਸਤੇ ਬਣਾਈ ਗਈ ਸੀ, ਬਟ ਉਹਨਾਂ ਤੋਂ ਬਾਅਦ ਫਿਰ ਇਹ ਬੋਧੀਆਂ ਨੇ ਯੂਜ਼ ਕਰੀ ਹੈ। ਤੇ ਜਦੋਂ ਬੋਧੀਆਂ ਦਾ ਡਾਊਨਫਾਲ ਆ ਗਿਆ ਤੇ ਉਸ ਟਾਈਮ ਜੋ ਭਾਗਵਤ ਵਾਲੇ ਸੀਗੇ, ਹਨਾ, ਹਿੰਦੂਜ਼ਮ ਵਾਲੇ, ਉਹਨਾਂ ਨੇ ਵੀ ਯੂਜ਼ ਕਰੀ ਹੈ। ਬਟ ਮੇਨਲੀ ਜਿਹੜਾ ਓਰੀਜਨਲ ਬਣਾਈ ਗਈ ਸੀ ਉਹ ਆਜੀਵਿਕਾ ਵਾਸਤੇ ਬਣਾਈ ਗਈ ਸੀ, ਠੀਕ ਹੈ। ਬਟ ਕੁਐਸਚਨ ਬੋਧੂਆਂ ਤੇ ਆਇਆ ਹੋਇਆ ਸੀ, ਬੋਧੀਆਂ ਤੇ, ਤਾਂ ਮੈਂ ਉਹੀ ਡਿਟੋ ਜਿਹੜਾ ਕੁਐਸਚਨ ਹੈਗਾ ਉਹੀ ਲਿਖਿਆ ਇੱਥੇ, ਠੀਕ ਹੈ। ਬਟ ਇਹ ਯਾਦ ਰੱਖਿਓ, ਜਿਹੜੀ ਓਰੀਜਨਲੀ ਬਣਾਈ ਗਈ ਸੀ ਉਹ ਆਜੀਵਿਕਾ ਵਾਸਤੇ ਹੀ ਬਣਾਈ ਗਈ ਸੀ, ਬਰਾਬਰ ਦੀ ਗੁਫਾਵਾਂ ਜਿਹੜੀ ਹੈਗੀਆਂ। ਨੈਕਸਟ ਹੈ ਜੀ, ਓਡੀਸ਼ਾ ਦੇ ਜੋਗਾੜ ਵਿੱਚ
ਕਿਹੜਾ ਇਤਿਹਾਸਿਕ ਸਥਾਨ ਸਥਿਤ ਹੈ? ਤਾਂ ਉੜੀਸਾ ਦੇ ਵਿੱਚ ਇੱਕ ਜਗ੍ਹਾ ਹੈ ਬਈ ਜੋਗਾੜ ਜਾਂ ਜੋਗਾਰ, ਇੱਥੇ ਮਿਲੂਗਾ ਤੁਹਾਨੂੰ ਸਮਰਾਟ ਅਸ਼ੋਕ ਦੇ शिलालेख, ठीक है, ਉਹਦਾ ਕਰਕੇ ਫੇਮਸ ਹੈ ਸਮਰਾਟ ਅਸ਼ੋਕ ਦੇ शिलालेख। ਉੜੀਸਾ ਦੇ ਵਿੱਚ ਕਿਹੜੇ ਮਿਲਦੇ ਆ, ਕਿੱਥੇ ਮਿਲਦੇ ਆ? ਜੋਗਾੜ ਦੇ ਵਿੱਚ, ਯਾਦ ਰੱਖਣਾ ਹੈ। ਨੈਕਸਟ ਹੈ ਗੰਧਾਰ ਸਕੂਲ ਆਫ ਆਰਟ, ਯਾਨੀ ਗੰਧਾਰ ਕਲਾ ਜਿਹੜੀ ਫੇਮਸ ਹੋਈ ਹੈ, ਤੁਹਾਨੂੰ ਪਤਾ ਹੈ ਬਹੁਤ ਵਾਰ ਆਪਾਂ ਨੇ ਡਿਸਕਸ ਕਰਿਆ। ਹਿੰਦੂ ਯੂਨਾਨੀ ਜਦੋਂ ਆਏ ਉਹਨਾਂ ਨੇ ਗੰਧਾਰ ਕਲਾ ਸ਼ੁਰੂ ਕਰੀ। ਅਫਗਾਨਿਸਤਾਨ ਦੇ ਵਿੱਚ ਗੰਧਾਰ ਹੈਗਾ ਹਨਾ, ਉਹ ਕਿਹੜੇ ਦੇਸ਼ ਤੋਂ ਪ੍ਰਭਾਵਿਤ ਸੀ? ਠੀਕ ਹੈ, ਹਿੰਦੂ ਯੂਨਾਨੀ ਕਿਹੜੇ ਦੇਸ਼ ਤੋਂ ਆਏ ਸੀ? ਯੂਨਾਨ ਤੋਂ। ਯੂਨਾਨ ਯਾਨੀ ਗ੍ਰੀਸ ਦੀ ਗੱਲ ਹੋ ਰਹੀ ਹੈ, ਠੀਕ ਹੈ, ਤਾਂ ਇਹ ਵੀ ਯਾਦ ਰੱਖਣਾ ਹੈ। ਨੈਕਸਟ ਹੈ ਜੀ 400ਵਾਂ ਪ੍ਰਸ਼ਨ, ਬੋਧੀ ਸਤੂਪ ਦੇ ਆਰਕੀਟੈਕਚਰ ਨਾਲ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਜੁੜਿਆ ਹੋਇਆ ਹੈ? ਤਾਂ ਇਹ 4 ਵਰਡ ਹੈ, ਠੀਕ ਹੈ ਨਾ। ਇਹ ਦੱਸਣਾ ਵੀ ਬੋਧੀ ਸਤੂਪ, ਹੁਣ ਆਪਾਂ ਨੇ ਸਤੂਪ ਦੇਖਿਆ ਸੀ ਨਾ, ਇਹ ਜਿਹੜੀ ਬਿਲਡਿੰਗ ਹੈ ਇਹਨੂੰ ਸਤੂਪ ਕਹਿੰਦੇ ਆ ਹਨਾ। ਇਸ ਦੇ ਵਿੱਚ ਨਾ ਹਰ ਇੱਕ ਮਤਲਬ ਤੁਸੀਂ ਕਹਿ ਦਿਓ ਹਰ ਇੱਕ ਚੀਜ਼ ਦਾ ਆਪਣਾ ਨਾਂ ਹੈ। ਜਿਵੇਂ ਇਹਨੂੰ ਆਪਾਂ ਛੱਤਰ ਕਹਿੰਦੇ ਆ, ਇਹਨੂੰ ਆਪਾਂ ਹਰਮਿਕਾ ਕਹਿੰਦੇ ਆ, ਇਹਨੂੰ ਆਪਾਂ ਅੰਡ ਕਹਿੰਦੇ ਆ, ਠੀਕ ਹੈ, ਇਹਨੂੰ ਆਪਾਂ ਤੋਰਨਾਮ ਕਹਿੰਦੇ ਆ, ਤੋਰਾਨ ਕਹਿੰਦੇ ਆ ਹਨਾ। ਇਹਨਾਂ ਸਾਰਿਆਂ ਦੇ ਆਪਣੇ ਨਾਂ ਹੈਗੇ ਆ, ਇਹ ਵੀ ਯਾਦ ਰੱਖਣੇ ਪੈਂਦੇ ਆ ਬਈ। ਆਰਟ ਦੇ ਮਤਲਬ ਆਰਟ ਦੇ ਕੁਐਸਚਨ ਹੈਗੇ ਆ, ਕਿਸੇ ਦਿਨ ਫੇਰ ਕਰਾਂਗੇ ਆਪਾਂ, ਬਟ ਇੱਥੇ ਤੁਸੀਂ ਇਹ ਵਰਡ ਜਿਹੜੇ ਇਹ ਯਾਦ ਰੱਖ ਲਓ, ਠੀਕ ਹੈ। ਆ ਦੇਖੋ, ਆ ਜਿਹੜਾ ਸਭ ਤੋਂ ਉੱਪਰ ਹੈਗਾ ਆ ਇਹਨੂੰ ਆਪਾਂ ਛੱਤਰ ਕਹਿੰਦੇ ਆ। ਇਹ ਜਿਹੜੀ ਰੇਲਿੰਗ ਲੱਗੀ ਹੋਈ ਆ ਉੱਪਰ ਛੱਤਰ ਦੇ ਆਸ-ਪਾਸ ਇਹਨੂੰ ਹਰਮਿਕਾ ਕਹਿੰਦੇ ਆ, ਇਹਨੂੰ ਆਪਾਂ ਅੰਡਾ ਕਹਿੰਦੇ ਆ। ਇਹ ਜਿਹੜੇ ਹੋ ਗਏ ਪੂਰੀ ਦੀ ਪੂਰੀ ਬਿਲਡਿੰਗ ਦੀ ਛੱਤ ਹੋ ਗਈ ਹਨਾ। ਤੇ ਇਹਨੂੰ ਆਪਾਂ ਇਹ ਜਿਹੜੀ ਸਾਹਮਣੇ ਫਰੰਟ ਗੇਟ ਦੇ ਉੱਤੇ ਇਹ ਜਿਹੜਾ ਡਿਜ਼ਾਈਨ ਬਣਿਆ ਹੋਇਆ ਹਨਾ ਐਂਟਰੀ ਦੇ ਉੱਤੇ, ਇਹਨੂੰ ਆਪਾਂ ਤੋਰਾਨ ਕਹਿੰਦੇ ਆ। ਯਾਦ ਰੱਖਣਾ, ਇਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਇਦਾਂ ਕਰਕੇ ਕੁਐਸਚਨ ਆ ਵੀ ਜਾਂਦਾ ਹੈ ਸਿੱਧਾ ਕਿ ਤੋਰਾਨ ਕਿਹੜੀ ਬਿਲਡਿੰਗ ਦੇ ਨਾਲ ਰਿਲੇਟਡ ਹੈ ਹਨਾ, ਜਾਂ ਹਰਮਿਕਾ। ਮੇਨਲੀ ਹਰਮਿਕਾ ਤੇ ਤੋਰਾਨ, ਇਹ ਦੋ ਯਾਦ ਰੱਖਣੇ ਆਪਾਂ ਨੇ। ਕਲੀਅਰ ਹੈ ਬਾਈ? ਤਾਂ ਹੁਣ ਆ ਜਾਓ ਆਪਣੇ ਕੁਐਸਚਨ ਦੇ ਉੱਤੇ। ਕੁਐਸਚਨ ਕੀ ਕਹਿ ਰਿਹਾ, ਦੇਖੋ, ਬੋਧੀ ਸਤੂਪ ਦੇ ਨਾਲ ਕਿਹੜੇ ਵਰਡ ਰਿਲੇਟਡ ਹੈ? ਤਾਂ ਇਹ ਹਰਮਿਕਾ ਵਰਡ ਰਿਲੇਟਡ ਹੈ ਬਈ, ਹਰਮਿਕਾ, ਠੀਕ ਹੈ। ਆਪਾਂ ਨੇ ਦੇਖਿਆ ਨਾ ਹਰਮਿਕਾ ਕਿੱਥੇ ਹੈ, ਆ ਦੇਖੋ ਦੁਬਾਰੇ, ਇਹ ਜਿਹੜਾ ਰੇਲਿੰਗ ਲੱਗੀ ਹੋਈ ਹੈ ਨਾ ਛੱਤਰ ਦੇ ਚਾਰੇ ਪਾਸੇ, ਇਹਨੂੰ ਹਰਮਿਕਾ ਕਿਹਾ ਜਾਂਦਾ, ਠੀਕ ਹੈ। ਬਾਕੀ ਇਹ ਤਿੰਨੇ ਵਰਡ ਜਿਹੜੇ ਹੈਗੇ ਆ ਗੋਪੁਰਮ, ਮੰਡਮ ਤੇ ਗਰਭਗ੍ਰਹ, ਇਹ ਮੰਦਿਰ ਦੇ ਨਾਲ ਰਿਲੇਟਡ ਹੈ, ਠੀਕ ਹੈ ਨਾ। ਮੰਦਿਰ ਦੇ ਵਿੱਚ ਹੀ ਹੁੰਦੀਆਂ ਨੇ ਗਰਭਗ੍ਰਹ, ਜਿੱਥੇ ਮੂਰਤੀਆਂ ਰੱਖੀ ਜਾਂਦੀਆਂ ਹਨਾ, ਇਹ ਸਾਰਾ ਕੁਝ ਮੰਦਿਰ ਦੇ ਨਾਲ ਰਿਲੇਟਡ ਹੈ। ਤਾਂ ਇਹ ਵੀ ਆਪਣੇ 400 ਪ੍ਰਸ਼ਨ ਹੈ ਜਿਹੜੇ ਹੋ ਗਏ, ਤੇ ਉਮੀਦ ਹੈ ਤੁਹਾਨੂੰ ਕੁਝ ਨਵੇਂ ਕੁਐਸਚਨ ਹੈ ਜਿਹੜੇ ਵੇਖਣ ਨੂੰ ਮਿਲੇ ਹੋਣਗੇ। ਹੁਣ ਆਪਣੇ 100 ਕੁਐਸਚਨ ਰਹਿੰਦੇ ਆ, ਤੇ ਜਾਂ ਤਾਂ ਆਪਾਂ 2 ਵੀਡੀਓ ਦੇ ਵਿੱਚ, ਨਹੀਂ ਤਾਂ ਫਿਰ 3 ਵੀਡੀਓ ਦੇ ਵਿੱਚ ਕਵਰ ਕਰ ਦੇਣਗੇ, ਠੀਕ ਹੈ। ਤੇ PDF ਵੀ ਤੁਹਾਨੂੰ ਜਲਦੀ ਮਿਲ ਜੂਗੀ ਸਾਰਿਆਂ ਦੀ। ਬਾਕੀ ਬਈ ਕੋਈ ਡਾਊਟ, ਕੋਈ ਕੁਐਰੀ ਹੈਗੀ ਆ, ਮੈਸੇਜ ਮੈਨੂੰ ਡਾਇਰੈਕਟਲੀ ਕਰ ਸਕਦੇ ਹੋ। ਬਾਕੀ ਆਪਣੀ ਐਪ ਡਾਊਨਲੋਡ ਕਰ ਲਓ, ਠੀਕ ਹੈ। ਤਿਆਰੀ ਕਰਨ ਦੇ ਲਈ ਪ੍ਰਤਾਪੀ ਬੈਚ ਹੈਗਾ, ਇਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਜੋ ਵੀ ਇਹਦੀ ਫੀਸ ਹੈਗੀ ਹੈ 1 ਸਾਲ ਦੇ ਲਈ ਵੈਲਿਡ ਹੈਗਾ ਹੈ। ਕੋਈ ਵੀ ਪੰਜਾਬ ਦਾ ਤੁਸੀਂ ਕੋਈ ਵੀ ਐਗਜ਼ਾਮ ਦਿਓ, ਈਵਨ ਤੁਸੀਂ ਸੈਂਟਰ ਦਾ ਕੋਈ ਵੀ ਐਗਜ਼ਾਮ ਦਿਓ, ਸੈਂਟਰ ਦਾ ਵੀ ਕੋਈ ਵੀ ਐਗਜ਼ਾਮ ਦਿਓ, PDF ਵੀ ਤੁਹਾਨੂੰ ਵਿੱਚ ਮਿਲਣਗੀਆਂ ਪ੍ਰੈਕਟਿਸ ਵਾਸਤੇ। 1-1, 2-2 ਹਜ਼ਾਰ ਕੁਐਸਚਨ ਤੁਹਾਨੂੰ ਪ੍ਰੈਕਟਿਸ ਵਾਸਤੇ ਮਿਲਣਗੇ, ਠੀਕ ਹੈ। ਇਸ ਤੋਂ ਇਲਾਵਾ ਲਾਈਵ ਕਲਾਸਿਸ ਮਿਲਣਗੀਆਂ ਤੁਹਾਨੂੰ ਮੈਥ ਵਾਸਤੇ, ਪ੍ਰੈਕਟਿਸ ਵਾਸਤੇ, ਠੀਕ ਹੈ। ਈਵਨ ਟੈਸਟ ਸੀਰੀਜ਼ ਵੀ ਵਿੱਚ ਮਿਲੂਗੀ, ਠੀਕ ਹੈ। ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਹੋਊਗੀ। ਕੋਈ ਵੀ ਬੁੱਕ, ਕੋਈ ਵੀ ਬੈਚ ਤੁਸੀਂ ਇਸ ਤੋਂ ਇਲਾਵਾ ਪਰਚੇਸ ਕਰਨ ਦੀ ਕੋਈ ਲੋੜ ਨਹੀਂ ਹੈਗੀ। ਜੋ ਵੀ ਇਹਦੀ ਫੀਸ ਹੈਗੀ ਆ ਉਹਦੇ ਤੇ ਤੁਹਾਨੂੰ 20% ਆਫ ਮਿਲ ਜੂਗਾ। ਬਸ ਕੋਡ ਯੂਜ਼ ਕਰਨਾ ਹੈ ਤੁਸੀਂ ANKIT 6M, ਠੀਕ ਹੈ। ਤਾਂ ਮਿਲਦੇ ਆ ਫਿਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।